ਤੇ ਅਮਰਿਤਪਾਲ ਸਿੰਘ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਲਗਾਤਾਰ 6ਵੇਂ ਦਿਨ ਵੀ ਅਮਰਿਤਪਾਲ ਸਿੰਘ ਫਰਾਰ ਦੱਸਿਆ ਜਾ ਰਿਹਾ, ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਉੱਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਝੂਠ ਬੋਲ ਰਹੀ ਹੈ। ਦਰਅਸਲ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੀ ਅਮਰਿਤਪਾਲ ਕੌਣ ਸੱਚ ਬੋਲ ਰਿਹਾ ਹੈ ਤਾਂ ਬਾਅਦ ਵਿੱਚ ਪਤਾ ਲੱਗੇਗਾ, ਪਰ ਫਿਲਹਾਲ ਸੀਸੀਟੀਵੀਆਂ ਦਾ ਆਲਮ ਜਿਹੜਾ ਹੈ ਉਹ ਜਾਰੀ ਹੈ। ਸੀਸੀਟੀਵੀਜ਼ ਲਗਾਤਾਰ ਸਾਹਮਣੇ ਆ ਰਹੀਆਂ ਨੇ। ਸ਼ੁਰੂਆਤ ਹੁੰਦੀ ਹੈ 18 ਮਾਰਚ ਦੀਆਂ ਸੀਸੀਟੀਵੀਜ਼ ਤੋਂ। ਹੁਣ ਇੱਕ ਹੋਰ ਸੀਸੀਟੀਵੀ ਉਸ ਲੜੀ ਦੇ ਵਿੱਚ ਸ਼ੁਮਾਰ ਹੋ ਗਈ ਹੈ ਔਰ ਉਸ ਸੀਸੀਟੀਵੀ ਦੇ ਵਿੱਚ ਅਮਰਿਤਪਾਲ ਸਿੰਘ ਨੰਗਲ ਅੰਬੀਆਂ ਪਿੰਡ ਤੋਂ ਬਾਅਦ ਦਿਖਾਈ ਦਿੰਦਾ ਕਿ ਕਿੱਥੇ ਜਾਂਦਾ, ਔਰ ਆਖਰੀ ਲੋਕੇਸ਼ਨ ਜਿਹੜੀ ਆ ਉਹ ਫਲੋਰ ਦੱਸੀ ਜਾਂਦੀ ਹੈ ਜਿੱਥੇ ਮੋਟਰਸਾਈਕਲ ਬਰਾਮਦ ਹੁੰਦਾ। ਪਰ ਉਸ ਡਿਸਟੈਂਸ ਨੂੰ ਲੈ ਕੇ ਜੇ ਗੱਲ ਕੀਤੀ ਜਾਵੇ, ਉਸ ਫਾਸਲੇ ਨੂੰ ਲੈ ਕੇ ਗੱਲ ਕੀਤੀ ਜਾਵੇ, ਨੰਗਲ ਅੰਬੀਆਂ ਤੋਂ ਫਲੋਰ ਤੱਕ ਦਾ ਜਿਹੜਾ ਫਾਸਲਾ ਉਸ ਵਿੱਚ ਕੀ ਕੁਝ ਹੋਇਆ ਉਹ ਸੀਸੀਟੀਵੀ ਵੀ ਹੁਣ ਸਾਹਮਣੇ ਆਉਂਦੀ ਦਿਖਾਈ ਦੇ ਰਹੀ ਹੈ। ਇੱਕ ਨਵੀਂ ਤਸਵੀਰ ਔਰ ਇੱਕ ਨਵੀਂ ਸੀਸੀਟੀਵੀ ਸਾਹਮਣੇ ਆਈ ਹੈ। ਜੇ ਉਸ ਸੀਸੀਟੀਵੀ ਬਾਰੇ ਗੱਲ ਕਰੀਏ, ਉਸ ਤਸਵੀਰ ਬਾਰੇ ਗੱਲ ਕਰੀਏ ਤਾਂ ਇਸ ਵਿੱਚ ਅਮਰਿਤਪਾਲ ਸਿੰਘ ਰੇੜੇ ਉੱਤੇ ਬੈਠਾ ਦਿਖਾਈ ਦੇ ਰਿਹਾ। ਇੱਕ ਰੇੜਾ ਆ ਜਿਸ ਉੱਤੇ ਅਮਰਿਤਪਾਲ ਸਿੰਘ ਆਪਣੇ ਸਾਥੀ ਦੇ ਨਾਲ ਬੈਠਾ ਹੋਇਆ ਔਰ ਨਾਲ ਹੀ ਉਸ ਰੇੜੇ ਦੇ ਉੱਤੇ ਅਮਰਿਤਪਾਲ ਦਾ ਜਿਹੜਾ ਭੱਜਣ ਵਿੱਚ ਮਦਦ ਕਰਨ ਵਾਲਾ ਮੋਟਰਸਾਈਕਲ ਹੈ ਉਹ ਵੀ ਰੱਖਿਆ ਹੁੰਦਾ। ਉਹ ਪਲੈਟੀਨਾ ਮੋਟਰਸਾਈਕਲ ਜਿਸ ਉੱਤੇ ਬੈਠ ਕੇ ਨੰਗਲ ਅੰਬੀਆਂ ਤੋਂ ਅਮਰਿਤਪਾਲ ਸਿੰਘ ਫਰਾਰ ਹੁੰਦਾ ਹੈ, ਉਹ ਮੋਟਰਸਾਈਕਲ ਵੀ ਉਸ ਰੇੜੇ ਉੱਤੇ ਰੱਖਿਆ ਗਿਆ। ਤੁਹਾਨੂੰ ਦੱਸ ਦਈਏ, ਜਾਣਕਾਰੀ ਮੁਤਾਬਕ ਇਸ ਪੂਰੇ ਮਾਮਲੇ ਨੂੰ ਲੈ ਕੇ ਨਵੀਂ ਸੀਸੀਟੀਵੀ ਸਾਹਮਣੇ ਆ ਰਹੀ ਹੈ। ਉਹ ਸੀਸੀਟੀਵੀ ਤੁਹਾਨੂੰ ਦਿਖਾ ਰਹੇ ਹਾਂ ਜਿੱਥੋਂ ਇੱਕ ਸੜਕ ਉੱਤੇ ਲੰਘਦਾ, ਇੱਕ ਗਲੀ ਵਿੱਚੋਂ ਲੰਘਦਾ ਦਿਖਾਈ ਦੇ ਰਿਹਾ ਅਮਰਿਤਪਾਲ ਸਿੰਘ ਔਰ ਉਹੀ ਰੇੜੇ ਦੇ ਉੱਤੇ ਬੈਠਾ ਮੌਜੂਦ ਹੈ। ਆਪਣੀ ਲਾਲ ਪੱਗ ਤੇ ਨਾਲ ਟੀ-ਸ਼ਰਟ ਤੇ ਨਾਲ ਜੀਨ ਪਾਈ ਹੋਈ ਹੈ ਔਰ ਦੂਜੇ ਪਾਸੇ ਉਸਦਾ ਸਾਥੀ ਮੌਜੂਦ ਹੈ, ਨਾਲ ਪਲੈਟੀਨਾ ਮੋਟਰਸਾਈਕਲ ਰੇੜੇ ਉੱਤੇ ਰੱਖਿਆ ਹੋਇਆ। ਜੇ ਸੀਸੀਟੀਵੀਆਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਜਿਹੜੀ ਸ਼ੁਰੂਆਤ ਹੁੰਦੀ ਹੈ ਉਹ ਪਿੰਡ ਜੱਲੂਪੁਰ ਖੇੜੇ ਤੋਂ ਮਰਸੀਡੀਜ਼ ਗੱਡੀ ਨੂੰ ਕੱਢਦੇ ਹੋਏ ਉਹ ਸੀਸੀਟੀਵੀ ਸਾਹਮਣੇ ਆਉਂਦੀ ਹੈ, ਜਦੋਂ ਅਮਰਿਤਪਾਲ ਸਿੰਘ ਆਪਣੇ ਕਾਫਲੇ ਦੇ ਵਿੱਚ ਮਿਲਦਾ ਹੈ ਔਰ ਆਪਣੀ ਗੱਡੀ ਕੱਢ ਕੇ ਉੱਥੋਂ ਰਵਾਨਾ ਹੁੰਦਾ ਹੈ ਸ਼ਾਹਕੋਟ ਵੱਲ ਨੂੰ। ਤੇ ਰਸਤੇ ਦੇ ਵਿੱਚ ਜਦੋਂ ਪਤਾ ਲੱਗਦਾ ਕਿ ਪੁਲਿਸ ਪਿੱਛਾ ਕਰ ਰਹੀ ਹੈ, ਟੋਲ ਪਲਾਜ਼ਾ ਦੇ ਕੋਲ ਪਹੁੰਚਦਾ ਹੈ ਤੇ ਉੱਥੇ ਪਹੁੰਚਦੇ ਇੱਕ ਬਰੇਜ਼ਾ ਗੱਡੀ ਨੂੰ ਬੁਲਾ ਲਿਆ ਜਾਂਦਾ। ਆਪਣੇ ਸਾਥੀ ਨੂੰ ਫੋਨ ਕੀਤਾ ਜਾਂਦਾ ਔਰ ਬਰੇਜ਼ਾ ਗੱਡੀ ਨੂੰ ਬੁਲਾ ਲਿਆ ਜਾਂਦਾ। ਉਸ ਬਰੇਜ਼ਾ ਗੱਡੀ ਦੇ ਵਿੱਚ ਬੈਠ ਕੇ ਅਮਰਿਤਪਾਲ ਸਿੰਘ ਮਰਸੀਡੀਜ਼ ਚੋਂ ਨਿਕਲਦਾ, ਬਰੇਜ਼ਾ ਗੱਡੀ 'ਚ ਬੈਠਦਾ ਔਰ ਫਰਾਰ ਹੋ ਜਾਂਦਾ। ਬਰੇਜ਼ਾ ਗੱਡੀ ਨੂੰ ਅੱਗੇ ਲਿਆਂਦਾ ਆ ਨੰਗਲ ਅੰਬੀਆਂ ਪਿੰਡ ਦੇ ਵਿੱਚ। ਨੰਗਲ ਅੰਬੀਆਂ ਪਿੰਡ ਪਹੁੰਚਦਾ ਹੈ ਤੇ ਉੱਥੇ ਜਾ ਕੇ ਗ੍ਰੰਥੀ ਨੂੰ ਬੰਦੀ ਬਣਾਉਂਦਾ। ਗੁਰਦੁਆਰਾ ਸਾਹਿਬ ਜਾ ਕੇ ਬੰਦੂਕ ਦੀ ਨੋਕ ਤੇ ਗ੍ਰੰਥੀ ਨੂੰ ਬੰਦੀ ਬਣਾਇਆ ਜਾਂਦਾ। 1 ਘੰਟੇ ਉੱਥੇ ਰੁਕਿਆ ਜਾਂਦਾ ਹੈ ਔਰ ਉਸ ਤੋਂ ਬਾਅਦ ਆਪਣੇ ਸਾਥੀ ਮਨਪ੍ਰੀਤ ਮੰਨਾ ਨੂੰ ਫੋਨ ਲਾਇਆ ਜਾਂਦਾ ਸੂਤਰਾਂ ਮੁਤਾਬਕ ਅਮਰਿਤਪਾਲ ਵੱਲੋਂ, ਔਰ ਉਸ ਨਾਲੋਂ ਫੋਨ ਤੇ ਗੱਲ ਕਰਕੇ ਇੱਕ ਮੋਟਰਸਾਈਕਲ ਮੰਗਵਾਇਆ ਜਾਂਦਾ। ਪਲੈਟੀਨਾ ਮੋਟਰਸਾਈਕਲ ਪਹੁੰਚਦਾ ਔਰ ਉੱਥੇ ਉਸ ਮੋਟਰਸਾਈਕਲ ਤੇ ਬੈਠ ਕੇ ਨੰਗਲ ਅੰਬੀਆਂ ਤੋਂ ਅੱਗੇ ਜਾਂਦਾ। ਨੰਗਲ ਅੰਬੀਆਂ ਤੋਂ ਅੱਗੇ ਜਾਂਦੇ ਜਾਂਦੇ ਰਸਤੇ ਦੇ ਵਿੱਚ ਇੱਕ ਰੇੜਾ ਅਖਤਿਆਰ ਕੀਤਾ ਜਾਂਦਾ ਹੈ। ਰੇੜਾ ਰੋਕਿਆ ਜਾਂਦਾ ਔਰ ਉਸ ਰੇੜੇ ਦੇ ਉੱਤੇ ਆਪਣਾ ਮੋਟਰਸਾਈਕਲ ਰੱਖ ਕੇ ਨਾਲ ਆਪਣਾ ਸਾਥੀ ਔਰ ਅਮਰਿਤਪਾਲ ਸਿੰਘ ਉੱਥੋਂ ਅੱਗੇ ਫਲੋਰ ਵੱਲ ਨੂੰ ਜਾਂਦੇ ਨੇ, ਜਿੱਥੇ ਲਾਸਟ ਲੋਕੇਸ਼ਨ ਦੱਸੀ ਜਾ ਰਹੀ ਹੈ ਅਮਰਿਤਪਾਲ ਦੀ, ਜਿੱਥੇ ਮੋਟਰਸਾਈਕਲ ਬਰਾਮਦ ਕੀਤਾ ਗਿਆ। ਨੰਗਲ ਅੰਬੀਆਂ ਪਿੰਡ ਦੇ ਵਿੱਚ ਬਰੇਜ਼ਾ ਗੱਡੀ ਵੀ ਸੂਤਰਾਂ ਮੁਤਾਬਕ ਬਰਾਮਦ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਮੋਟਰਸਾਈਕਲ ਵੀ ਫਲੋਰ ਦੇ ਨਜ਼ਦੀਕ ਬਰਾਮਦ ਹੋਇਆ। ਇਸ ਪੂਰੇ ਮਾਮਲੇ ਨੂੰ ਲੈ ਕੇ ਨੰਗਲ ਅੰਬੀਆਂ ਤੋਂ ਫਲੋਰ ਦੇ ਵਿੱਚ ਜੋ ਫਾਸਲਾ ਹੈ ਉਸ ਦੇ ਵਿੱਚ ਕੀ ਕੁਝ ਹੋਇਆ ਉਹਨੂੰ ਦੱਸਦੀਆਂ ਇਹ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ। ਉਸ ਨੂੰ ਦੱਸਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਵਿੱਚ ਇੱਕ ਜਗਾੜੂ ਰੇੜੇ ਉੱਤੇ ਬੈਠਾ ਅਮਰਿਤਪਾਲ ਸਿੰਘ ਆਪਣੇ ਸਾਥੀ ਦੇ ਨਾਲ ਦਿਖਾਈ ਦਿੰਦਾ ਔਰ ਉਸ ਰੇੜੇ ਦੇ ਉੱਤੇ ਪਲੈਟੀਨਾ ਮੋਟਰਸਾਈਕਲ ਜਿਸ ਉੱਤੇ ਬੈਠ ਕੇ ਫਰਾਰ ਹੋਇਆ ਸੀ ਅਮਰਿਤਪਾਲ ਉਹ ਵੀ ਨਜ਼ਰ ਆ ਰਿਹਾ। ਹੁਣ ਜੇ ਇਹਨਾਂ ਤਸਵੀਰਾਂ ਤੋਂ ਅੱਗੇ ਚੱਲੀਏ ਤਾਂ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਜਿੱਥੇ ਬੀਤੇ ਦਿਨੀ ਪੁਲਿਸ ਮੁਲਾਜ਼ਮ ਜਿਹੜੇ ਨੇ 2 ਡੀਐਸਪੀਆਂ ਦੇ ਨਾਲ ਅਮਰਿਤਪਾਲ ਦੇ ਘਰ ਪਹੁੰਚਦੇ ਆ, ਜੱਲੂਪੁਰ ਖੇੜੇ ਪਹੁੰਚਦੇ ਆ ਔਰ ਉੱਥੇ ਪੁੱਛਗਿੱਛ ਕੀਤੀ ਜਾਂਦੀ ਹੈ। ਉਸ ਵੇਲੇ ਬੜਾ ਤਣਾਅ ਬਣਿਆ ਹੁੰਦਾ ਕਿ ਆਖਿਰ ਪੁਲਿਸ ਅਮਰਿਤਪਾਲ ਦੇ ਘਰ ਕਿਉਂ ਪਹੁੰਚੀ ਹੈ। ਗ੍ਰਿਫਤਾਰੀਆਂ ਦਾ ਆਲਮ ਇੱਕ ਪਾਸੇ ਚੱਲ ਰਿਹਾ ਹੁੰਦਾ, ਇੱਕ ਪਾਸੇ ਅਮਰਿਤਪਾਲ ਦੇ ਘਰ ਪੁਲਿਸ ਪਹੁੰਚ ਜਾਂਦੀ ਹੈ, 2 ਡੀਐਸਪੀ ਲੈਵਲ ਦੇ ਅਧਿਕਾਰੀ ਪਹੁੰਚ ਜਾਂਦੇ ਨੇ। ਕਿਉਂ ਪਹੁੰਚੀ ਹੈ, ਮਹਿਲਾ ਅਧਿਕਾਰੀ ਕਿਉਂ ਮੌਜੂਦ ਹੈ, ਕਿਸ ਨੂੰ, ਕਿਹੜੇ ਪਰਿਵਾਰਕ ਮੈਂਬਰ ਨੂੰ ਗ੍ਰਿਫਤਾਰ ਕੀਤਾ ਜਾਣਾ ਹੈ। ਪਰ ਉੱਥੇ ਹੀ ਵੱਡੇ ਖੁਲਾਸੇ ਹੁੰਦੇ ਨੇ ਕਿ ਹੁਣ ਜਾਂਚ ਕੀਤੀ ਜਾ ਰਹੀ ਹੁੰਦੀ ਹੈ। ਔਰ ਇਹ ਵੀ ਦੱਸ ਦਈਏ ਕਿ ਵਾਈਫਾਈ ਨੂੰ ਲੈ ਕੇ ਵੀ ਗੱਲ ਕੀਤੀ ਗਈ ਹੈ। ਵਾਈਫਾਈ ਨੂੰ ਲੈ ਕੇ ਇੰਟਰਨੈਟ ਦੀ ਹਿਸਟਰੀ ਜਿਹੜੀ ਹੈ ਫਰੋਲਣ ਦੀ ਗੱਲ ਕੀਤੀ ਜਾ ਰਹੀ ਹੈ। ਪਿਛਲੇ 6 ਮਹੀਨੇ ਦਾ ਡਾਟਾ ਫਰੋਲਣ ਦੀ ਗੱਲ ਕੀਤੀ ਜਾ ਰਹੀ ਹੈ। ਵੱਡੇ ਪੱਧਰ ਉੱਤੇ ਜਾਂਚ ਉਲੀਕਣ ਦੀ ਗੱਲ ਕੀਤੀ ਜਾ ਰਹੀ ਹੈ। ਅਮਰਿਤਪਾਲ ਸਿੰਘ ਦੇ ਘਰ ਪਹੁੰਚਦੀ ਹੈ ਪੁਲਿਸ ਔਰ 2 ਡੀਐਸਪੀ ਲੈਵਲ ਦੇ ਅਧਿਕਾਰੀ ਪਹੁੰਚਦੇ ਨੇ। ਕਿਉਂ ਪਹੁੰਚਦੇ ਨੇ ਉਸ ਦਾ ਖੁਲਾਸਾ ਹੁੰਦਾ ਦਿਖਾਈ ਦੇ ਰਿਹਾ ਹੈ। ਦੱਸ ਦਈਏ ਕਿ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਪਰਿਵਾਰਕ ਮੈਂਬਰਾਂ ਦੇ ਬੈਂਕ ਖਾਤਿਆਂ ਦੀ ਜਾਂਚ ਹੋਵੇਗੀ। ਪਤਨੀ ਕਿਰਨਦੀਪ ਕੌਰ ਦੇ
ਵਿਦੇਸ਼ੀ ਬੈਂਕ ਖਾਤੇ ਦੀ ਜਾਂਚ ਹੋਣ ਦੀ ਗੱਲ ਵੀ ਕੀਤੀ ਜਾ ਰਹੀ ਸੀ। ਉੱਥੇ ਜੇ ਕਿਰਨਦੀਪ ਕੌਰ ਦੀ ਗੱਲ ਕਰੀਏ ਤਾਂ ਇਲਜ਼ਾਮ ਲੱਗੇ ਸੀ ਖਾਲਿਸਤਾਨੀ ਲਿੰਕਾਂ ਦੇ, ਇਲਜ਼ਾਮ ਲੱਗੇ ਸੀ ਕਿ ਖਾਲਿਸਤਾਨੀ ਸੰਸਥਾਵਾਂ ਦੇ ਨਾਲ, ਏਜੰਸੀਆਂ ਦੇ ਨਾਲ ਕਿਰਨਦੀਪ ਕੌਰ ਮਿਲੀ ਹੋਈ ਹੈ, ਉਹਨਾਂ ਦੀਆਂ ਰੈਲੀਆਂ ਦੇ ਵਿੱਚ ਵੀ ਇੰਗਲੈਂਡ ਰਹਿੰਦੀ ਹੋਈ ਸ਼ਾਮਿਲ ਹੁੰਦੀ ਰਹੀ ਹੈ ਔਰ ਫੰਡਿੰਗ ਕਰਦੀ ਸੀ ਅੰਮ੍ਰਿਤਪਾਲ ਸਿੰਘ ਦੇ ਏਜੰਡੇ ਨੂੰ। ਦੱਸ ਦਈਏ ਕਿ ਇਲਜ਼ਾਮ ਲੱਗਦੇ ਦਿਖਾਈ ਦੇ ਰਹੇ ਨੇ। ਉੱਥੇ ਹੀ ਹੁਣ ਕਿਰਨਦੀਪ ਕੌਰ ਦੇ ਉੱਤੇ ਵੀ ਮੁਸੀਬਤਾਂ ਬਣਦੀਆਂ ਦਿਖਾਈ ਦੇ ਰਹੀਆਂ ਨੇ। ਕਿਰਨਦੀਪ ਕੌਰ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਹੈ, ਪਰਿਵਾਰ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਉਧਰ ਪਤਨੀ ਕਿਰਨਦੀਪ ਕੌਰ ਦੀਆਂ ਮੁਸ਼ਕਲਾਂ ਵੀ ਵੱਧ ਸਕਦੀਆਂ ਨੇ, ਉਹਨੂੰ ਜਲਦ ਤੋਂ ਜਲਦ ਬੁਲਾਇਆ ਜਾ ਸਕਦਾ ਆ ਪੁੱਛਗਿੱਛ ਵਾਸਤੇ। ਬੀਤੇ ਦਿਨੀ ਜਿਹੜੀ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਜਿਹਦੇ ਵਿੱਚ ਪੁਲਿਸ ਮੌਜੂਦ ਹੁੰਦੀ ਹੈ, ਉਦੋਂ ਸੂਤਰਾਂ ਮੁਤਾਬਕ ਕਿਤੇ ਨਾ ਕਿਤੇ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਸੀ ਕਿ ਕਿਰਨਦੀਪ ਕੌਰ ਵਿਦੇਸ਼ ਵਿੱਚ ਨਹੀਂ ਹੈ, ਸਗੋਂ ਪੰਜਾਬ ਵਿੱਚ ਆਪਣੇ ਘਰ ਵਿੱਚ ਹੀ ਮੌਜੂਦ ਹੈ, ਜੱਲੂਪੁਰ ਖੇੜੇ ਹੀ ਮੌਜੂਦ ਹੈ। ਪਰ ਇਸ ਬਾਰੇ ਕੋਈ ਵੀ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਆ ਸਕੀ। ਇਸ ਵਾਸਤੇ ਇਹ ਮੰਨਣਾ ਲਾਜ਼ਮੀ ਹੈ ਕਿ ਹੋ ਸਕਦਾ ਹੈ ਕਿ ਉਹ ਪੰਜਾਬ ਵਿੱਚ ਹੋਵੇ, ਜਾਂ ਇਹ ਵੀ ਹੋ ਸਕਦਾ ਹੈ ਕਿ ਉਹ ਵਿਦੇਸ਼ ਦੇ ਵਿੱਚ, ਇੰਗਲੈਂਡ ਵਿੱਚ ਹੋਵੇ ਜਾਂ ਕਿਸੇ ਹੋਰ ਮੁਲਕ ਦੇ ਵਿੱਚ ਹੋਵੇ। ਇਸ ਪੂਰੇ ਮਾਮਲੇ ਨੂੰ ਲੈ ਕੇ ਲਗਾਤਾਰ ਤੁਹਾਨੂੰ ਦੱਸ ਦਈਏ ਕਿ ਕਿਰਨਦੀਪ ਕੌਰ ਦੀਆਂ ਮੁਸ਼ਕਲਾਂ ਵੀ ਵੱਧਦੀਆਂ ਦਿਖਾਈ ਦੇ ਰਹੀਆਂ ਨੇ। ਕਿਰਨਦੀਪ ਕੌਰ ਦੇ ਵੀ ਖਾਲਿਸਤਾਨੀ ਸੰਗਠਨਾਂ ਦੇ ਨਾਲ ਲਿੰਕ ਦੱਸੇ ਜਾ ਰਹੇ ਨੇ। ਸੂਤਰਾਂ ਮੁਤਾਬਕ ਇਹ ਦੱਸਿਆ ਗਿਆ ਕਿ ਜਿਹੜਾ ਅੰਮ੍ਰਿਤਪਾਲ ਦਾ ਏਜੰਡਾ ਸੀ, ਜਿਹੜਾ AKF ਦਾ ਏਜੰਡਾ ਸੀ, ਜਿਹੜਾ ਪੰਜਾਬ ਬੈਠੇ ਅੰਮ੍ਰਿਤਪਾਲ ਸਿੰਘ ਸਾਰਾ ਸੂਤਰਾਂ ਦੇ ਮੁਤਾਬਕ ਜੋ ਕੁਝ ਵੀ ਚਲਾ ਰਿਹਾ ਸੀ, ਉਸ ਨੂੰ ਫੰਡਿੰਗ ਜਿਹੜੀ ਹੈ ਉਹ ਕਿਰਨਦੀਪ ਕੌਰ ਇਕੱਠਾ ਕਰਕੇ ਦੇ ਰਹੀ ਸੀ। ਜਿਹੜੀ ਸੂਤਰਾਂ ਮੁਤਾਬਕ ਜਾਣਕਾਰੀ ਸਾਹਮਣੇ ਆ ਰਹੀ ਹੈ, ਇਲਜ਼ਾਮ ਲੱਗਦੇ ਪਏ ਨੇ, ਉਹ ਇਹ ਲੱਗਦੇ ਪਏ ਨੇ ਕਿ ਫੰਡਿੰਗ ਜਿਹੜੀ ਹੈ ਉਹ ਇਕੱਠੇ ਕਰਕੇ ਕਿਰਨਦੀਪ ਕੌਰ ਅੰਮ੍ਰਿਤਪਾਲ ਨੂੰ ਦੇ ਰਹੀ ਸੀ। ਇਸ ਪੂਰੇ ਮਾਮਲੇ ਦੇ ਵਿੱਚ ਕਿੰਨੀ ਸੱਚਾਈ ਹੈ, ਇਹ ਜਾਂਚ ਦਾ ਵਿਸ਼ਾ ਹੈ ਔਰ ਪੁੱਛਗਿੱਛ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਔਰ ਦੂਜੇ ਪਾਸੇ ਜੇ ਅੱਗੇ ਚੱਲੀਏ ਤਾਂ ਇੱਕ ਹੋਰ ਜਾਣਕਾਰੀ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਔਰ 11 ਸਾਥੀਆਂ ਨੂੰ ਭਰਾ ਹਰਪ੍ਰੀਤ ਸਿੰਘ ਦੇ ਨਾਲ ਕੋਰਟ ਵਿੱਚ ਪੇਸ਼ ਕੀਤਾ ਗਿਆ। ਬੀਤੇ ਦਿਨੀ ਅੰਮ੍ਰਿਤਪਾਲ ਦੇ 4 ਕਰੀਬੀ ਸਾਥੀ ਜਿਹੜੇ ਮਨਪ੍ਰੀਤ ਮੰਨਾ, ਗੁਰਪੇਜ ਭੇਜਾ, ਗੁਰਦੀਪ ਦੀਪਾ ਤੇ ਹਰਪ੍ਰੀਤ ਹੈਪੀ ਜਿਹੜੇ ਨੇ, ਉਹਨਾਂ ਨੂੰ ਰਿਮਾਂਡ ਲੈ ਲਿਆ ਜਾਂਦਾ 5 ਦਿਨਾਂ ਦਾ ਔਰ ਪੁਲਿਸ ਵੱਲੋਂ ਰਿਮਾਂਡ ਤੇ ਜਿਹੜੇ ਚੁੱਕ ਲਏ ਜਾਂਦੇ ਨੇ। ਦੂਜੇ ਪਾਸੇ ਹੁਣ ਅੱਜ ਭਰਾ ਨੂੰ ਵੀ ਪੇਸ਼ ਕੀਤਾ ਗਿਆ, ਭਰਾ ਜਿਹੜਾ ਹਰਪ੍ਰੀਤ ਨੂੰ ਪੇਸ਼ ਕੀਤਾ ਗਿਆ। ਔਰ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ 11 ਸਾਥੀਆਂ ਦੀ, ਤੇ 11 ਸਾਥੀਆਂ ਨੂੰ ਵੀ ਪੇਸ਼ ਕੀਤਾ ਗਿਆ ਬਾਬਾ ਬਕਾਲਾ ਕੋਰਟ ਦੇ ਵਿੱਚ। ਹੁਣ ਰਿਮਾਂਡ ਲਿਆ ਜਾਂਦਾ, ਕਿਸ ਤਰ੍ਹਾਂ ਅਗਲੀ ਕਾਰਵਾਈ ਹੁੰਦੀ ਹੈ ਕੁਝ ਹੀ ਦੇਰ ਦੇ ਵਿੱਚ ਸਾਹਮਣੇ ਆ ਜਾਏਗਾ, ਤੁਹਾਨੂੰ ਪਲ ਪਲ ਦੀ ਜਾਣਕਾਰੀ ਦੇ ਦਿਆਂਗੇ। ਪਰ ਇਸ ਪੂਰੇ ਮਾਮਲੇ ਦੇ ਮੱਦੇਨਜ਼ਰ ਜੇ ਅੱਗੇ ਵਧੀਏ ਤਾਂ ਬੀਤੇ ਦਿਨੀ UK ਦੇ ਵਿੱਚ ਇੱਕ ਪ੍ਰੋਟੈਸਟ ਹੁੰਦਾ ਹੈ, UK ਦੇ ਵਿੱਚ ਵੀ ਇੱਕ ਪ੍ਰਦਰਸ਼ਨ ਕੀਤਾ ਜਾਂਦਾ ਖਾਲਿਸਤਾਨੀ ਸਮਰਥਕਾਂ ਵੱਲੋਂ, ਜਿਸ ਦਾ ਵਿਰੋਧ ਭਾਰਤ ਵਿੱਚ ਹੁੰਦਾ ਦਿਖਾਈ ਦਿੰਦਾ। UK ਦੇ ਵਿੱਚ ਖਾਲਿਸਤਾਨੀ ਸਮਰਥਕ ਅੰਬੈਸੀ ਦੇ ਬਾਹਰ ਇਕੱਠੇ ਹੁੰਦੇ ਨੇ, ਅੰਬੈਸੀ ਦੇ ਬਾਹਰ ਇਕੱਠੇ ਹੋ ਕੇ ਪ੍ਰਦਰਸ਼ਨ ਕਰਦੇ ਹੋਏ ਇੰਨਾ ਭੜਕ ਜਾਂਦਾ ਹੈ ਮਾਹੌਲ ਕਿ ਅੰਬੈਸੀ ਦੇ ਉੱਤੇ ਜਿਹੜਾ ਤਿਰੰਗਾ ਝੰਡਾ ਝੂਲ ਰਿਹਾ ਹੁੰਦਾ ਉਸ ਨੂੰ ਹੇਠਾਂ ਸਿੱਟ ਦਿੱਤਾ ਜਾਂਦਾ ਔਰ ਖਾਲਿਸਤਾਨੀ ਝੰਡੇ ਨੂੰ ਲਹਿਰਾ ਦਿੱਤਾ ਜਾਂਦਾ। ਉਸ ਦਾ ਪ੍ਰਕੋਪ ਜਿਹੜਾ ਉਹ ਭਾਰਤ ਵਿੱਚ ਦਿਖਦਾ ਦਿਖਾਈ ਦਿੰਦਾ ਹੈ। ਭਾਰਤ ਵਿੱਚ ਮੌਜੂਦ ਸਿੱਖ ਨੌਜਵਾਨ ਜਿਹੜੇ ਨੇ ਉਹ ਇਸ ਗੱਲ ਦੀ ਨਿਖੇਧੀ ਕਰਦੇ ਨੇ, ਇਸ ਗੱਲ ਦਾ ਵਿਰੋਧ ਕਰਦੇ ਨੇ ਔਰ ਹੱਥਾਂ ਦੇ ਵਿੱਚ ਤਿਰੰਗੇ ਝੰਡੇ ਫੜ ਕੇ ਰਾਜਧਾਨੀ ਦਿੱਲੀ ਦੇ ਵਿੱਚ ਇੱਕ ਰੋਸ ਮਾਰਚ ਕੱਢਦੇ ਦਿਖਾਈ ਦਿੰਦੇ ਨੇ, ਭੜਕਾਹਟ ਵਿੱਚ ਉੱਠਦੇ ਦਿਖਾਈ ਦਿੰਦੇ ਨੇ ਸਿੱਖ ਨੌਜਵਾਨ, ਭਾਰਤੀ ਸਿੱਖ ਨੌਜਵਾਨ। ਭਾਰਤ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਜਿਸ ਤਰ੍ਹਾਂ ਵਿਰੋਧ ਕੀਤਾ ਗਿਆ UK ਦੇ ਵਿੱਚ ਹੋਏ ਇਸ ਮਾਹੌਲ ਦਾ, ਇਸ ਵਿਰੋਧ ਦਾ, ਇਸ ਖਾਲਿਸਤਾਨੀ ਵਿਰੋਧ ਦਾ ਕਿਸ ਤਰ੍ਹਾਂ ਵਿਰੋਧ ਕੀਤਾ ਗਿਆ ਭਾਰਤ ਵਿੱਚ, ਉਹ ਤਸਵੀਰਾਂ ਵੀ ਸਾਹਮਣੇ ਆਈਆਂ ਸੀ। ਹੁਣ ਇਸ ਤੋਂ ਬਾਅਦ ਤੁਹਾਨੂੰ ਦੁਬਾਰਾ ਦੱਸ ਦਈਏ ਕਿ ਦੁਬਾਰਾ ਇੱਕ ਪ੍ਰਦਰਸ਼ਨ ਜਿਹੜਾ ਉਹ UK ਦੇ ਵਿੱਚ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕੀਤਾ ਗਿਆ, ਜਿੱਥੇ ਖਾਲਿਸਤਾਨੀ ਸਮਰਥਕ ਇਕੱਠੇ ਹੋਏ ਨੇ ਔਰ ਇਸ ਕਾਰਵਾਈ ਦਾ ਵਿਰੋਧ ਕੀਤਾ ਜਾ ਰਿਹਾ, ਅੰਮ੍ਰਿਤਪਾਲ ਸਿੰਘ ਖਿਲਾਫ ਹੋ ਰਹੀ ਕਾਰਵਾਈ ਦਾ ਵਿਰੋਧ ਕੀਤਾ ਜਾ ਰਿਹਾ। ਇਸ ਪੂਰੇ ਮਾਮਲੇ ਨੂੰ ਲੈ ਕੇ ਵੀ ਤਸਵੀਰਾਂ ਸਾਹਮਣੇ ਆਈਆਂ ਨੇ, ਕਿਤੇ ਨਾ ਕਿਤੇ ਅੰਮ੍ਰਿਤਪਾਲ ਸਿੰਘ ਦੇ ਪੱਖੀ ਪੋਸਟਰ ਜਿਹੜੇ ਨੇ, ਬੈਨਰ ਲੱਗਦੇ ਦਿਖਾਈ ਦੇ ਰਹੇ ਨੇ ਵਿਦੇਸ਼ਾਂ ਦੇ ਵਿੱਚ, ਉੱਥੇ ਹੀ ਵਿਦੇਸ਼ਾਂ ਦੇ ਵਿੱਚ ਪ੍ਰੋਟੈਸਟ ਹੁੰਦੇ ਦਿਖਾਈ ਦੇ ਰਹੇ ਨੇ। ਭਾਰਤ ਵਿੱਚ ਹੋ ਰਹੇ ਵਿਰੋਧਾਂ ਨੂੰ ਲੈ ਕੇ ਭਾਰਤ ਵਿੱਚ ਵੀ ਪ੍ਰੋਟੈਸਟ ਕੀਤੇ ਜਾ ਰਹੇ ਨੇ, ਵਿਰੋਧ ਕੀਤੇ ਜਾ ਰਹੇ ਨੇ, ਖਾਲਿਸਤਾਨੀ ਸਮਰਥਕਾਂ ਦੇ ਵਿਰੋਧ ਕੀਤੇ ਜਾ ਰਹੇ ਨੇ, ਖਾਲਿਸਤਾਨੀ ਮੱਤਾਂ ਦੇ ਵਿਰੋਧ ਕੀਤੇ ਜਾ ਰਹੇ ਨੇ, ਰਾਜਧਾਨੀ ਦਿੱਲੀ ਦੇ ਵਿੱਚ ਵਿਰੋਧ ਕੀਤੇ ਜਾ ਰਹੇ ਨੇ। ਲਗਾਤਾਰ ਜਿਹੜੇ ਵੱਖ-ਵੱਖ ਦੇਸ਼ਾਂ ਦੇ ਵਿੱਚ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਨਿੱਤਰਦੇ ਦਿਖਾਈ ਦੇ ਰਹੇ ਨੇ ਖਾਲਿਸਤਾਨੀ ਸਮਰਥਕ ਔਰ ਤਸਵੀਰਾਂ ਵੀ ਜਿਹੜੀਆਂ ਮੌਜੂਦਾ ਉਹ ਸਾਹਮਣੇ ਆਈਆਂ ਨੇ, ਤੁਹਾਨੂੰ ਉਹ ਵੀ ਦਿਖਾ ਰਹੇ ਹਾਂ। ਇਸ ਪੂਰੇ ਮਾਮਲੇ ਨੂੰ ਲੈ ਕੇ ਲਗਾਤਾਰ ਮਾਹੌਲ ਗੜਬੜਾਉਂਦਾ ਦਿਖਾਈ ਦੇ ਰਿਹਾ, ਅੰਤਰਰਾਸ਼ਟਰੀ ਪੱਧਰ ਉੱਤੇ ਮਾਹੌਲ ਗੜਬੜਾਉਂਦਾ ਦਿਖਾਈ ਦੇ ਰਿਹਾ। NIA ਪਹੁੰਚ ਚੁੱਕੀ ਹੈ ਪੰਜਾਬ ਦੇ ਅੰਦਰ ਔਰ ਪੰਜਾਬ ਵਿੱਚ ਹੁਣ ਜਾਂਚ ਜਿਹੜੀ ਹੈ ਉਹ ਲੀਕ ਦਿੱਤੀ ਗਈ ਹੈ, NIA ਵੱਲੋਂ ਜਾਂਚ ਲੀਕ ਦਿੱਤੀ ਗਈ ਹੈ। ਕਿਸ ਹੱਦ ਤੱਕ ਇਹ ਜਾਂਚ ਜਾਂਦੀ ਹੈ ਇਹ ਦੇਖਣਾ ਹੋਵੇਗਾ, ਪਰ ਵੱਡਾ ਸਵਾਲ ਫਿਰ ਤੋਂ ਉਹੀ ਖੜਾ ਹੁੰਦਾ ਹੈ ਕਿ ਅੰਮ੍ਰਿਤਪਾਲ ਸਿੰਘ ਕਿੱਥੇ ਹੈ। ਲਗਾਤਾਰ CCTVs ਸਾਹਮਣੇ ਆ ਰਹੀਆਂ ਨੇ, ਲਗਾਤਾਰ ਜਾਣਕਾਰੀ ਸਾਹਮਣੇ ਆ ਰਹੀ ਹੈ, ਪਰ ਅੰਮ੍ਰਿਤਪਾਲ ਸਿੰਘ ਹੈ ਕਿੱਥੇ ਇਸ ਬਾਰੇ ਕੋਈ ਜਾਣਕਾਰੀ ਪੁਖਤਾ ਤੌਰ ਤੇ ਅਜੇ ਤੱਕ ਸਾਹਮਣੇ ਨਹੀਂ ਆ ਸਕੀ। ਤੁਹਾਨੂੰ ਪਲ ਪਲ ਦੀ ਜਾਣਕਾਰੀ ਦਿੰਦੇ ਰਵਾਂਗੇ, ਬਣੇ ਰਹੋ ਵਨ ਇੰਡੀਆ ਪੰਜਾਬੀ ਦੇ ਨਾਲ। Subscribe to One India channel and never miss an update.